Dear student, today we are going to start a new topic, refraction of light. Optics ਜਿਹੜਾ ਸਾਡਾ यूनिट है ਇਹ ਉਹਦਾ ਜਿਹੜਾ है second ਜਿਹੜਾ chapter है refraction of light. आओ ਇਸ ਨੂੰ ਆਪਾਂ ਜਿਹੜਾ है discuss ਕਰਦੇ ਹਾਂ. This is a definition. The phenomena of change of path of light when it goes from one medium to another is called refraction of light. ਜਦੋਂ ਕੋਈ ਵੀ ਲਾਈਟ ਦੀ ਰੇ ਜਾਂ ਬੀਮ ਆਫ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਐਂਟਰ ਕਰਦੀ ਹੈ, ਜਿਸ ਤਰ੍ਹਾਂ 에ਅਰ ਤੋਂ ਆ ਰਹੀ ਹੈ, ਮੰਨ ਲਓ ਰੇ, ਇਟ ਐਂਟਰਸ ਵਾਟਰ, ਉਹ ਪਾਣੀ ਵਿੱਚ ਐਂਟਰ ਕਰ ਗਈ, ਜਾਂ ਰੇ ਆਫ ਲਾਈਟ ਆ ਰਹੀ ਹੈ 에ਅਰ ਤੋਂ, ਇਟ ਐਂਟਰਸ ਅ ਗਲਾਸ, ਜਾਂ ਗਲਾਸ ਚ ਐਂਟਰ ਕਰ ਜੇ, ਵਾਟਰ ਵਿੱਚ ਐਂਟਰ ਕਰ ਜੇ। ਕਹਿਣ ਦਾ ਮਤਲਬ ਜਦੋਂ ਵੀ ਰੇ ਆਫ ਲਾਈਟ ਨੇ ਆਪਣਾ ਮੀਡੀਅਮ ਚੇਂਜ ਕਰ ਲੈਣਾ ਹੈ, 에ਅਰ ਟੂ ਗਲਾਸ, ਗਲਾਸ ਟੂ ਵਾਟਰ, ਵਾਟਰ ਟੂ 에ਅਰ, ਮਤਲਬ ਮੀਡੀਅਮ ਚੇਂਜ ਕਰੇਗੀ, ਉਸ ਟਾਈਮ ਦੇ ਉੱਤੇ ਜਿਹੜੀ ਲਾਈਟ ਹੈ ਉਹਦੇ ਪਾਥ ਵਿੱਚ ਜੋ ਚੇਂਜ ਆਂਦੀ ਹੈ, ਉਹਦਾ ਪਾਥ ਜਿਹੜਾ ਹੈ ਚੇਂਜ ਹੋ ਜਾਂਦਾ ਹੈ, that is called the refraction of light. It is just change in path. ਕਦੋਂ? with change in medium. ਇਹਦੇ ਵਿੱਚ ਬੇਟਾ ਮੀਡੀਅਮ ਚੇਂਜ ਹੁੰਦਾ ਹੈ। ਜਿਹੜਾ ਪਹਿਲਾ ਚੈਪਟਰ ਸੀਗਾ ਸਾਡਾ ਰਿਫਲੈਕਸ਼ਨ ਆਫ ਲਾਈਟ, ਉਹਦੇ ਵਿੱਚ ਮੀਡੀਅਮ ਚੇਂਜ ਨਹੀਂ ਹੁੰਦਾ ਸੀ, ਲਾਈਟ ਆਂਦੀ ਸੀ 에ਅਰ ਵਿੱਚੋਂ ਤੇ ਜਦੋਂ ਕਿਸੇ ਮਿਰਰ ਦੇ ਨਾਲ ਸਟ੍ਰਾਈਕ ਕਰਕੇ ਉਥੋਂ ਵਾਪਸ ਚਲੀ ਜਾਂਦੀ ਹੈ, ਜਾਂਦੀ ਦੁਬਾਰਾ 에ਅਰ ਦੇ ਵਿੱਚ ਸੀ, ਉਥੇ ਮੀਡੀਅਮ ਚੇਂਜ ਨਹੀਂ ਹੁੰਦਾ, ਪਾਥ ਵਿੱਚ ਚੇਂਜ ਆਂਦੀ ਹੈ, ਪਰ ਇੱਥੇ ਪਾਥ ਵਿੱਚ ਵੀ ਚੇਂਜ ਆਏਗੀ ਤੇ ਨਾਲ ਦੇ ਨਾਲ ਸਾਡਾ ਜਿਹੜਾ ਮੀਡੀਅਮ ਹੈ ਉਹ ਚੇਂਜ ਹੋਏਗਾ। ਹਾਂਜੀ ਬੇਟਾ, ਕਲੀਅਰ? ਆਓ ਇਸ ਨੂੰ ਡਿਸਕਸ ਕਰਦੇ ਹਾਂ ਵਿਦ ਦਾ ਹੈਲਪ ਆਫ ਏ ਡਾਇਗਰਾਮ। ਸਪੋਜ਼ ਦਿਸ ਇਜ਼ ਅ ਗਲਾਸ ਸਲੈਬ, ਇੱਕ ਗਲਾਸ ਦੀ ਜਿਹੜੀ ਹੈ ਇੱਕ ਥਿਕ ਸਲੈਬ ਹੈ। ਇਸ ਗਲਾਸ ਸਲੈਬ ਦੇ ਉੱਪਰ ਵਾਲੇ ਪਾਸੇ ਦੇਖੀਏ ਸਾਡੇ ਕੋਲ 에ਅਰ ਹੈ, ਤੇ ਗਲਾਸ ਸਲੈਬ ਦੇ ਨੀਚੇ ਵਾਲੇ ਪਾਸੇ ਵੀ ਸਾਡੇ ਕੋਲ ਕੀ ਹੈ? 에ਅਰ ਹੀ ਹੋਏਗੀ। ਸਪੋਜ਼ ਮੰਨ ਲਓ ਵੀ ਆ ਸਾਡੇ ਕੋਲ ਗਲਾਸ ਸਲੈਬ ਹੈ, ਇਹ ਮੈਂ ਤੁਹਾਨੂੰ ਦਿਖਾਵਾਂਗਾ ਨੈਕਸਟ ਲੈਕਚਰ ਦੇ ਵਿੱਚ। ਮੰਨ ਲਓ ਦਿਸ ਇਜ਼ ਅ ਗਲਾਸ ਸਲੈਬ, ਇਹ ਗਲਾਸ ਦੀ ਬਣੀ ਹੈ, ਪੂਰੀ ਟ੍ਰਾਂਸਪੇਰੈਂਟ ਮੀਡੀਅਮ ਹੈ, ਇਹਦੇ ਉੱਪਰ 에ਅਰ ਹੈ, ਇਹ ਸਾਰੀ ਜਿਹੜੀ ਹੈ ਗਲਾਸ ਦੀ ਬਣੀ ਹੈ, ਟ੍ਰਾਂਸਪੇਰੈਂਟ ਮੀਡੀਅਮ, ਤੇ ਥੱਲੇ ਵੀ ਦੇਖੋ ਦੁਬਾਰਾ ਸਾਡੇ ਕੋਲ ਕੀ ਹੈ? 에ਅਰ ਹੈ। ਨਾਓ ਇੱਥੇ ਦੇਖੋ ਕੰਟੈਕਟ ਹੋ ਰਿਹਾ 에ਅਰ ਤੇ ਗਲਾਸ ਦਾ ਕੰਟੈਕਟ ਹੋ ਰਿਹਾ, ਆ ਜਿਹੜਾ ਸਰਫੇਸ ਹੈ ਇੱਥੇ 에ਅਰ ਤੇ ਗਲਾਸ ਦਾ ਕੰਟੈਕਟ ਹੋ ਰਿਹਾ, ਤੇ ਜਿਹੜਾ ਨੀਚੇ ਵਾਲਾ ਸਰਫੇਸ ਹੈ ਗਲਾਸ ਤੇ 에ਅਰ ਦਾ ਆਪਸ ਵਿੱਚ ਕੀ ਹੋ ਰਿਹਾ? ਦੇਖੋ ਧਿਆਨ ਨਾਲ, ਕੰਟੈਕਟ ਵਿੱਚ ਆ ਰਹੀ ਹੈ। ਕਲੀਅਰ? ਨਾਓ ਦਿਸ ਇਜ਼ ਏ ਗਲਾਸ ਸਲੈਬ, ਉੱਪਰ 에ਅਰ ਤੇ ਸਾਡੇ ਕੋਲ ਜਿਹੜਾ ਹੈ ਨੀਚੇ ਵੀ ਸਾਡੇ ਕੋਲ ਕੀ ਹੈਗੀ ਹੈ? 에ਅਰ ਹੈਗੀ। ਨਾਓ ਦਿਸ ਇਜ਼ ਏ ray of light which incident at point A. ਮੰਨ ਲਓ ਵੀ ਇੱਕ ray of light ਆਈ ਜਿਹੜੀ A ਪੁਆਇੰਟ ਦੇ ਉੱਪਰ ਜਾ ਕੇ ਇਨਸੀਡੈਂਟ ਹੋਈ, ਇਸ ਨੂੰ ਅਸੀਂ ਬੋਲਦੇ ਹਾਂ ਇਨਸੀਡੈਂਟ ray of light। ਜਿਹੜੀ ਰੇ ਆ ਕੇ ਸਰਫੇਸ ਦੇ ਉੱਪਰ ਸਟ੍ਰਾਈਕ ਕਰੇਗੀ ਉਹਦਾ ਨਾਮ ਕੀ ਹੁੰਦਾ ਹੈ? ਇਨਸੀਡੈਂਟ ਰੇ। ਹੁਣ ਆ ਦੇਖੋ ਧਿਆਨ ਨਾਲ, ਇਨਸੀਡੈਂਟ ਰੇ ਕਿਹਦੇ ਵਿੱਚ ਆ ਰਹੀ ਹੈ? 에ਅਰ ਥਾਣੀ ਆ ਰਹੀ ਹੈ। ਕਲੀਅਰ? ਜਦੋਂ ਉਹ A ਪੁਆਇੰਟ ਤੇ ਜਾ ਕੇ ਸਟ੍ਰਾਈਕ ਕੀਤੀ, ਉਸ ਤੋਂ ਥੱਲੇ ਕੀ ਹੈ? ਦੇਖੋ ਥੱਲੇ ਤੇ ਆ ਗਿਆ ਗਲਾਸ, ਇਹਦਾ ਮਤਲਬ ਇਸ ਰੇ ਨੇ ਹੁਣ 에ਅਰ ਤੋਂ ਗਲਾਸ ਦੇ ਵਿੱਚ ਜਿਹੜਾ ਹੈ ਐਂਟਰ ਕਰਨਾ ਹੈ, 에ਅਰ ਤੋਂ ਇਹਨੇ ਗਲਾਸ ਵਿੱਚ ਐਂਟਰ ਕਰਨਾ ਹੈ। ਇਹਦਾ ਮਤਲਬ ਹੈ ਕਿ ਉਹਦਾ ਮੀਡੀਅਮ ਜਿਹੜਾ ਹੈ ਚੇਂਜ ਹੋਣ ਵਾਲਾ ਹੈ, ਉਹਦਾ ਮੀਡੀਅਮ ਚੇਂਜ ਹੋ ਗਿਆ, ਪਹਿਲਾਂ 에ਅਰ ਸੀ, ਨਾਲ ਹੀ ਇਹਨੇ ਜਿਹੜਾ ਹੈ ਗਲਾਸ ਵਿੱਚ ਐਂਟਰ ਕਰਨਾ ਹੈ। ਆਪਾਂ ਬੇਟਾ ਪਿੱਛੇ ਵੀ ਆਪਾਂ ਜਿਹੜਾ ਹੈ ਰਿਫਲੈਕਸ਼ਨ ਆਫ ਲਾਈਟ ਵਿੱਚ ਡਿਸਕਸ ਕੀਤਾ ਹੈ। ਸਭ ਨਾਲੋਂ ਪਹਿਲਾਂ ਇੱਕ ਪੁਆਇੰਟ ਆਪਣੇ ਮਾਈਂਡ ਵਿੱਚ ਤੁਸੀਂ ਰੱਖਣਾ ਹੈ, ਉਹ ਕੀ ਹੈ? ਜਿੱਥੇ ਵੀ ਇਨਸੀਡੈਂਟ ਰੇ ਸਟ੍ਰਾਈਕ ਕਰੇ, ਬੇਟਾ ਬੜਾ ਧਿਆਨ ਨਾਲ ਸੁਣ ਲਿਓ, ਮੋਸਟ ਇੰਪੋਰਟੈਂਟ ਪੁਆਇੰਟ ਹੈ,
ਜਿੱਥੇ ਵੀ ਆ ਕੇ ਇਨਸੀਡੈਂਟ ਰੇ ਸਟ੍ਰਾਈਕ ਕਰਦੀ ਹੈ ਸਰਫੇਸ ਦੇ ਉੱਤੇ, ਜਿਵੇਂ ਆ A ਪੁਆਇੰਟ ਤੇ ਸਟ੍ਰਾਈਕ ਕੀਤੀ, ਸਭ ਨਾਲੋਂ ਪਹਿਲਾਂ ਉੱਥੇ ਤੁਸੀਂ ਨਾਰਮਲ ਡਰਾ ਕਰਨਾ ਹੈ। ਨਾਰਮਲ ਦਾ ਮਤਲਬ ਹੁੰਦਾ ਹੈ ਇੱਕ 90 ਡਿਗਰੀ ਦਾ ਐਂਗਲ ਜਿਹੜਾ ਹੈ ਉੱਥੇ ਡਰਾ ਕਰਨਾ ਹੈ ਜਿੱਥੇ ਰੇ ਆ ਕੇ ਸਟ੍ਰਾਈਕ ਕਰੇਗੀ। ਫੋਰ ਐਗਜ਼ਾਮਪਲ, ਮੰਨ ਲਓ ਮੈਂ ਰੇ ਇੱਥੇ ਆ ਕੇ ਸਟ੍ਰਾਈਕ ਕਰਦੀ ਹੈ ਇਸ ਪੁਆਇੰਟ ਤੇ, ਸਾਡਾ ਪਹਿਲਾ ਸਟੈਪ ਹੋਏਗਾ ਇੱਥੇ ਇੱਕ ਨਾਰਮਲ ਡਰਾ ਕਰਨਾ। ਆ ਦੇਖੋ ਬਿਲਕੁਲ 90 ਡਿਗਰੀ ਹੈ, ਆ ਪੂਰਾ ਐਂਗਲ ਜਿਹੜਾ ਹੈ ਬਿਲਕੁਲ 90 ਡਿਗਰੀ ਜਿਹੜਾ ਹੋਣਾ ਚਾਹੀਦਾ ਹੈ। ਇਹ ਤੁਸੀਂ ਰਿਫਲੈਕਸ਼ਨ ਆਫ ਲਾਈਟ ਵਿੱਚ ਵੀ ਜਿਹੜਾ ਹੈ ਡਿਸਕਸ ਕਰ ਚੁੱਕੇ ਹਾਂ। ਪਹਿਲਾ ਸਟੈਪ, ਜਿੱਥੇ ਆ ਕੇ ਰੇ ਆਫ ਲਾਈਟ ਸਟ੍ਰਾਈਕ ਕਰੇ ਉੱਥੇ ਅਸੀਂ ਕੀ ਡਰਾ ਕਰਨਾ ਹੈ, ਨਾਰਮਲ। ਤੇ ਨਾਰਮਲ ਜਿਹੜਾ ਵੀ ਡਰਾ ਕਰਨਾ ਹੈ ਵਿਦ ਦਾ ਹੈਲਪ ਆਫ ਅ ਡਾਟਡ ਲਾਈਨ ਦੇ ਨਾਲ ਅਸੀਂ ਜਿਹੜਾ ਇਹਨੂੰ ਆਪਾਂ ਡਰਾ ਕਰਾਂਗੇ। ਹਾਂਜੀ ਬੇਟਾ ਕਲੀਅਰ? ਵਾਟ ਇਜ਼ ਦਿਸ? ਦਿਸ ਇਜ਼ ਇੱਥੇ O ਲਿਖ ਦਿੰਦੇ ਆ। ਵਾਟ ਇਜ਼ OA? ਇਟ ਇਜ਼ ਇਨਸੀਡੈਂਟ ਰੇ ਆਫ ਲਾਈਟ। ਕਿਹੜੇ ਪੁਆਇੰਟ ਤੇ ਇਨਸੀਡੈਂਟ ਹੋਈ? A ਪੁਆਇੰਟ ਤੇ। A ਪੁਆਇੰਟ ਕਿਹਦੇ ਉੱਪਰ ਹੈ? ਗਲਾਸ ਸਲੈਬ ਦੇ ਉੱਪਰ ਹੈ। A ਪੁਆਇੰਟ ਦੇ ਉੱਪਰ ਅਸੀਂ ਕੀ ਕੀਤਾ? ਇੱਕ ਅਸੀਂ ਨਾਰਮਲ ਜਿਹੜਾ ਹੈ ਡਰਾ ਕੀਤਾ ਵਿਦ ਦਾ ਹੈਲਪ ਆਫ ਅ ਡਾਟਡ ਲਾਈਨ। ਹਾਂਜੀ ਕਲੀਅਰ? ਇਨਸੀਡੈਂਟ ਰੇ ਤੇ ਨਾਰਮਲ, ਇਨਸੀਡੈਂਟ ਰੇ ਤੇ ਨਾਰਮਲ ਦੇ ਵਿਚਕਾਰ ਜਿਹੜਾ ਐਂਗਲ ਹੁੰਦਾ ਹੈ ਉਸ ਨੂੰ ਅਸੀਂ ਬੋਲਦੇ ਹਾਂ ਐਂਗਲ ਆਫ ਇਨਸੀਡੈਂਸ। ਵਾਟ ਇਜ਼ I? ਇਟ ਇਜ਼ ਦਾ ਐਂਗਲ ਆਫ ਇਨਸੀਡੈਂਸ। ਹਮੇਸ਼ਾ ਕਾਹਦੇ ਨਾਲ ਬਣਦਾ ਹੈ? ਇਨਸੀਡੈਂਟ ਰੇ ਤੇ ਨਾਰਮਲ ਦੇ ਨਾਲ ਹੀ ਜਿਹੜਾ ਹੈ ਉਹ ਐਂਗਲ ਬਣੇਗਾ। ਨਾਓ ਜਦੋਂ ਰੇ A ਪੁਆਇੰਟ ਤੇ ਆ ਕੇ ਸਟ੍ਰਾਈਕ ਕੀਤੀ, ਦੇਖੋ 에ਅਰ 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 ਥਾਰ ਆ ਰਹੀ ਹੈ। ਜਦੋਂ A ਪੁਆਇੰਟ ਤੇ ਪਹੁੰਚੀ, ਹੁਣ ਇਸ ਰੇ ਨੇ ਆਪਣਾ ਮੀਡੀਅਮ ਚੇਂਜ ਕਰਨਾ ਹੈ। ਮੀਡੀਅਮ ਚੇਂਜ ਕਰਨਾ ਮਤਲਬ ਨਾਓ ਦ ਰੇ ਵਿਲ ਐਂਟਰ ਇਨਟੂ ਦਾ ਗਲਾਸ। ਹੁਣ ਉਹ ਗਲਾਸ ਦੇ ਵਿੱਚ ਜਿਹੜੀ ਹੈ ਉਹ ਐਂਟਰ ਕਰਨ ਲੱਗੀ ਹੈ। ਦੇਖੋ ਧਿਆਨ ਨਾਲ, ਜਦੋਂ ਹੀ ਰੇ ਗਲਾਸ ਵਿੱਚ ਗਈ, ਇਹਦਾ ਦੇਖੋ ਧਿਆਨ ਨਾਲ ਰਸਤਾ ਚੇਂਜ ਹੋ ਗਿਆ। ਬਿਲਕੁਲ ਸਿੱਧੀ ਜਾਣਾ ਹੈ, ਦੇਖੋ ਇੱਧਰ ਜਾਣਾ ਸੀ ਰੇ ਨੇ। ਇਹ ਜਿਹੜੀ ਮੈਂ ਡਾਟਡ ਲਾਈਨ ਬਣਾਈ ਹੈ, ਜਾਣਾ ਰੇ ਨੇ ਸਿੱਧਾ ਸੀ। ਜੇ ਇਹ ਗਲਾਸ ਸਲੈਬ ਨਾ ਹੁੰਦੀ the ray will go straight, ਪਰ ਹੋਇਆ ਕਿ ਇਸ ਗਲਾਸ ਸਲੈਬ ਕਰਕੇ ਉਹਦਾ ਪਾਥ ਦੇਖੋ ਚੇਂਜ ਹੋ ਗਿਆ, ਉਹ ਝੁਕ ਗਈ, ਬੈਂਡ ਹੋ ਗਈ ਰੇ। ਉਹ ਰੇ ਦੇਖੋ ਬੈਂਡ ਹੋ ਗਈ, ਆਪਣਾ ਉਹਨੇ ਪਾਥ ਜਿਹੜਾ ਹੈ ਚੇਂਜ ਕਰ ਲਿਆ। ਐਂਡ ਦਿਸ ਇਜ਼ ਕਾਲਡ ਰੀਫਰੈਕਸ਼ਨ ਆਫ ਲਾਈਟ। ਤੁਸੀਂ ਦੋ ਚੀਜ਼ਾਂ ਦੇਖੀਆਂ ਹੋਣੀਆਂ ਇਹਦੇ ਵਿੱਚ, ਇੱਕ ਤੇ ਮੀਡੀਅਮ ਵੀ ਚੇਂਜ ਹੋਇਆ ਦੇਖਿਆ, ਤੇ ਦੂਸਰੀ ਗੱਲ ਇਹਦੇ ਵਿੱਚ ਦੇਖੋ ਧਿਆਨ ਨਾਲ ਪਾਥ ਦੇ ਵਿੱਚ ਵੀ ਜਿਹੜੀ ਹੈ ਉਹ ਚੇਂਜ ਆਈ ਹੈ। ਇਸ ਫਿਨੋਮੀਨਾ ਨੂੰ ਅਸੀਂ ਬੋਲਦੇ ਹਾਂ ਰੀਫਰੈਕਸ਼ਨ ਆਫ ਲਾਈਟ। ਨਾਓ ਇੱਕ ਚੀਜ਼ ਅਸੀਂ ਨੋਟ ਕਰਨੀ ਹੈ ਕਿ ਲਾਈਟ ਬੈਂਡ ਕਿਉਂ ਹੋ ਗਈ? ਵਾਟ ਇਜ਼ ਦਾ ਕਾਜ਼? ਇਹਦਾ ਕਾਰਨ ਕੀ ਹੈ ਕਿ ਲਾਈਟ ਜਿਹੜੀ ਹੈ ਉਹ ਬੈਂਡ ਕਿਉਂ ਹੋ ਗਈ? ਨਾਰਮਲ ਵਾਲੇ ਪਾਸੇ ਜਾਂ ਨਾਰਮਲ ਤੋਂ ਅਵੇ ਬੈਂਡ ਕਿਉਂ ਹੋਈ? ਉਹਨੇ ਆਪਣਾ ਰਸਤਾ ਚੇਂਜ ਕਿਉਂ ਕੀਤਾ? ਮੀਡੀਅਮ ਚੇਂਜ ਹੋਣ ਦੇ ਨਾਲ। ਇਹਦਾ ਮੇਨ ਕਾਰਨ ਹੈ ਡਿਊ ਟੂ ਦਾ ਚੇਂਜ ਇਨ ਦਾ ਵੈਲੋਸਿਟੀ ਆਫ ਦੀ ਲਾਈਟ। ਵੈਲੋਸਿਟੀ ਆਫ ਲਾਈਟ ਵਿੱਚ ਚੇਂਜ ਆਉਣ ਕਰਕੇ ਲਾਈਟ ਜਿਹੜੀ ਹੈ ਉਹ ਬੈਂਡ ਹੋ ਜਾਂਦੀ ਹੈ। ਜਦੋਂ ਵੀ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ 'ਚ ਐਂਟਰ ਕਰਦੀ ਹੈ, ਦੋਨਾਂ ਮੀਡੀਅਮ ਦੀ ਡੈਂਸਿਟੀ ਦਾ ਫਰਕ ਹੁੰਦਾ ਹੈ। ਡੈਂਸਿਟੀ ਦਾ ਫਰਕ ਹੋਣ ਦੇ ਕਰਕੇ ਜਦੋਂ ਲਾਈਟ ਮੀਡੀਅਮ ਚੇਂਜ ਕਰਦੀ ਹੈ ਉਹ ਵੈਲੋਸਿਟੀ ਵਿੱਚ ਚੇਂਜ ਆਉਂਦੀ ਹੈ। ਉਸ ਵੈਲੋਸਿਟੀ ਦੇ ਚੇਂਜ ਕਰਕੇ ਲਾਈਟ ਬੈਂਡ ਹੋ ਜਾਂਦੀ ਹੈ। ਐਂਡ ਦਿਸ ਇਜ਼ ਦਾ ਕਾਜ਼ ਆਫ ਰੀਫਰੈਕਸ਼ਨ ਆਫ ਲਾਈਟ। ਇਹਦਾ ਮਤਲਬ ਰੀਫਰੈਕਸ਼ਨ ਆਫ ਲਾਈਟ ਦਾ ਜਿਹੜਾ ਕਾਰਨ ਹੈ, ਕਾਰਨ ਕੀ ਹੈ? ਚੇਂਜ ਇਨ ਵੈਲੋਸਿਟੀ। ਚੇਂਜ ਇਨ ਵੈਲੋਸਿਟੀ ਹੀ ਕਾਰਨ ਹੈ ਰੀਫਰੈਕਸ਼ਨ ਆਫ ਲਾਈਟ ਦਾ। ਹਾਂਜੀ ਬੇਟਾ ਕਲੀਅਰ? ਨਾਓ ਦੂਸਰਾ ਪੁਆਇੰਟ ਜਿਹੜਾ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਹੈ, ਪਹਿਲੀ ਗੱਲ ਤੇ ਆਮ ਕੁਐਸਚਨ ਪੁੱਛਿਆ ਜਾਂਦਾ ਹੈ, ਜਦੋਂ ਲਾਈਟ ਮੀਡੀਅਮ ਚੇਂਜ ਕਰਦੀ ਹੈ ਕੀ ਉਹਦੀ ਵੈਲੋਸਿਟੀ 'ਚ ਫਰਕ ਪੈਂਦਾ ਹੈ? ਅਰੇ ਪੈਂਦਾ ਹੈ। ਵੈਲੋਸਿਟੀ ਵਿੱਚ ਚੇਂਜ ਆਉਣ ਕਰਕੇ ਹੀ ਤੇ ਸਾਡੇ ਕੋਲ ਲਾਈਟ ਬੈਂਡ ਹੋਈ ਹੈ। ਹਾਂਜੀ, ਕੀ ਵੈਲੋਸਿਟੀ 'ਚ ਫਰਕ ਪੈਂਦਾ ਹੈ? ਪੈਂਦਾ ਹੈ। ਦੂਸਰਾ, ਕੀ ਵੇਵਲੈਂਥ ਵਿੱਚ ਫਰਕ ਪੈਂਦਾ ਹੈ? ਯੈਸ।
ਉਹਦੀ ਵੇਵ ਲੈਂਥ ਵੀ ਜਿਹੜੀ ਲਾਈਟ ਦੀ ਉਹ ਵੀ ਚੇਂਜ ਹੁੰਦੀ ਹੈ। ਇੱਕ ਤੇ ਵੈਲੋਸਿਟੀ ਚੇਂਜ ਹੁੰਦੀ ਹੈ, ਦੂਸਰਾ ਵੇਵ ਲੈਂਥ ਜਿਹੜੀ ਹੈ ਲਾਈਟ ਦੀ ਉਹ ਚੇਂਜ ਹੋ ਜਾਂਦੀ ਹੈ ਜਦੋਂ ਲਾਈਟ ਆਪਣਾ ਮੀਡੀਅਮ ਚੇਂਜ ਕਰਦੀ ਹੈ। ਹਾਂਜੀ ਕਲੀਅਰ। ਤੀਸਰਾ ਪੁਆਇੰਟ ਆਪਣੀ ਮਾਈਂਡ 'ਚ ਰੱਖਣਾ ਹੈ, ਫ੍ਰੀਕੁਐਂਸੀ ਦੇ ਉੱਪਰ ਨਹੀਂ ਚੇਂਜ ਆਂਦੀ। ਫ੍ਰੀਕੁਐਂਸੀ ਆਫ ਲਾਈਟ ਵਿਲ ਰਿਮੇਨ ਸੇਮ। ਫ੍ਰੀਕੁਐਂਸੀ ਦੇ ਉੱਤੇ ਚੇਂਜ ਨਹੀਂ ਆਂਦੀ ਜਦੋਂ ਮੀਡੀਅਮ ਚੇਂਜ ਹੁੰਦਾ ਹੈ। ਦੋ ਚੀਜ਼ਾਂ ਵਿੱਚ ਚੇਂਜ ਆਏਗੀ, ਕਿਹੜੀ ਕਿਹੜੀ? ਵੈਲੋਸਿਟੀ ਤੇ ਇੱਕ ਵੇਵ ਲੈਂਥ। ਫ੍ਰੀਕੁਐਂਸੀ ਰਿਮੇਨ ਸੇਮ। ਹਾਂਜੀ ਬੇਟਾ ਕਲੀਅਰ। ਨਾਓ ਇਸ ਕੇਸ ਵਿੱਚ ਕੀ ਹੋਇਆ ਜਿਹੜਾ ਧਿਆਨ ਨਾਲ ਦੇਖਣਾ ਹੈ, ਮੈਂ ਬਾਕੀ ਜਿਹੜੀ ਹੈ ਡਾਇਗਰਾਮ ਜੋ ਲਿਖਿਆ ਮੈਂ ਇੱਥੇ ਇਹ ਮੈਂ ਜਿਹੜੀ ਸਟੇਟਮੈਂਟ ਲਿਖੀ ਹੈ ਇਹ ਤੁਸੀਂ ਇਹਨੂੰ ਨੋਟ ਕਰ ਸਕਦੇ ਡੈਫੀਨੇਸ਼ਨ ਨੂੰ, ਤੇ ਮੈਂ ਜਿਹੜਾ ਹੈ ਇਹ ਡਾਇਗਰਾਮ ਜਿਹੜੀ ਹੈ ਮੈਂ ਇਹਨੂੰ ਸਮਝਾਉਣ ਲੱਗਾ ਜਿਹੜਾ ਧਿਆਨ ਨਾਲ ਦੇਖਣਾ ਹੋ। ਇੱਥੇ ਲਾਈਟ ਦੇਖੋ ਧਿਆਨ ਨਾਲ, 에ਅਰ ਤੋਂ ਕਿੱਥੇ ਗਈ? 에ਅਰ ਟੂ ਗਲਾਸ। ਲਾਈਟ ਜਿਹੜੀ ਹੈ ਰੇ ਆਫ ਲਾਈਟ ਜਾ ਰਹੀ ਹੈ 에ਅਰ ਟੂ ਗਲਾਸ। ਧਿਆਨ ਨਾਲ ਦੇਖਣਾ ਹੈ, ਲਾਈਟ ਗਈ 에ਅਰ ਤੋਂ ਗਲਾਸ ਵਿੱਚ। ਇਹਨਾਂ ਦੋਨਾਂ ਵਿੱਚੋਂ ਪਤਲਾ ਮੀਡੀਅਮ ਕਿਹੜਾ ਹੈ? ਪਤਲਾ, ਥਿਨਰ ਮੀਡੀਅਮ, ਜਿਹਨੂੰ ਬੋਲਦੇ ਆ ਰੇਅਰ ਮੀਡੀਅਮ। ਪਤਲਾ ਮੀਡੀਅਮ ਕਿਹੜਾ ਹੈ? 에ਅਰ। ਤੇ ਗਲਾਸ ਤੇ ਡੈਂਸ ਹੁੰਦਾ ਹੈ। ਅਸੀਂ 에ਅਰ ਵਿੱਚ ਤੁਰੇ ਫਿਰਦੇ ਹਾਂ, ਅਸੀਂ ਗਲਾਸ ਵਿੱਚ ਐਂਟਰ ਨਹੀਂ ਕਰ ਸਕਦੇ। ਇਹਨਾਂ ਦੋਨਾਂ ਵਿੱਚੋਂ ਡੈਂਸਰ ਮੀਡੀਅਮ ਕਿਹੜਾ ਹੈ? ਗਲਾਸ। ਰੇਅਰ ਮੀਡੀਅਮ ਕਿਹੜਾ ਹੈ? ਉਹ ਸਾਡੀ ਹੈਗੀ ਹੈ 에ਅਰ। 에ਅਰ ਟੂ ਗਲਾਸ ਦਾ ਮਤਲਬ ਹੈ ਲਾਈਟ ਸਾਡੀ ਕਿੱਧਰ ਜਾ ਰਹੀ ਹੈ? ਰੇਅਰ ਟੂ ਸਾਡੇ ਕੋਲ ਆ ਗਿਆ ਡੈਂਸਰ ਮੀਡੀਅਮ। ਰੇਅਰ ਟੂ ਡੈਂਸਰ ਮੀਡੀਅਮ। ਲਾਈਟ ਗਈ ਸਾਡੀ ਰੇਅਰ ਟੂ ਡੈਂਸਰ ਮੀਡੀਅਮ। ਇਹਦਾ ਮਤਲਬ ਦੋ ਕੇਸ ਹੋਣਗੇ, ਜਾਂ ਤੇ ਲਾਈਟ ਰੇਅਰ ਟੂ ਡੈਂਸਰ ਜਾਏਗੀ ਜਾਂ ਲਾਈਟ ਡੈਂਸਰ ਟੂ ਰੇਅਰ ਵੀ ਜਾ ਸਕਦੀ ਹੈ। ਹਾਂਜੀ ਬੇਟਾ ਕਲੀਅਰ। ਅੱਛਾ ਜੇ ਮੈਂ ਕਹਾਂ ਲਾਈਟ 에ਅਰ ਟੂ ਵਾਟਰ ਜਾ ਰਹੀ ਹੈ, ਆਪੇ ਸੋਚੋ light is going from air to water, then what will be your answer? The light is going from rare to denser medium. Light ਜਿਹੜੀ ਹੈ rare to denser medium ਜਿਹੜੀ ਹੈ ਉਹ ਜਾ ਰਹੀ ਹੈ। Now if I say ray of light is going from water to glass, water ਤੋਂ glass ਗਈ, medium ਤੇ change ਹੋਇਆ। Now please tell me ਕੀ ਤੁਹਾਡਾ ਆਨਸਰ ਹੋਏਗਾ? ਵਾਟਰ ਵਿੱਚ ਤੁਸੀਂ ਐਂਟਰ ਕਰ ਲੈਂਦੇ ਜੇ, ਗਲਾਸ 'ਚ ਨਹੀਂ ਐਂਟਰ ਕਰ ਸਕਦੇ। ਫਿਰ ਵੀ ਲਾਈਟ ਕਿੱਥੇ ਜਾ ਰਹੀ ਹੈ? ਰੇਅਰ ਟੂ ਡੈਂਸਰ ਮੀਡੀਅਮ। ਬਟ ਇਫ ਆਈ ਸੇ a ray of light is going from glass to air, ਲਾਈਟ ਸਾਡੀ ਗਲਾਸ ਤੋਂ 에ਅਰ ਜਾ ਰਹੀ ਹੈ, ਇਹਦਾ ਮਤਲਬ ਡੈਂਸਰ ਟੂ ਰੇਅਰ ਮੀਡੀਅਮ। ਸਾਡੇ ਕੋਲ ਦੋ ਤਰ੍ਹਾਂ ਦੇ ਕੇਸ ਹੋਣਗੇ, ਜਾਂ ਤੇ ਹੋਏਗਾ ਰੇਅਰ ਟੂ ਡੈਂਸਰ, ਜਾਂ ਦੂਸਰਾ ਸਾਡੇ ਕੋਲ ਆਏਗਾ ਡੈਂਸਰ ਟੂ ਰੇਅਰ ਮੀਡੀਅਮ। ਜਾਂ ਅਸੀਂ ਰੇਅਰ ਟੂ ਡੈਂਸਰ ਜਾਂ ਡੈਂਸਰ ਟੂ ਰੇਅਰ। ਹੁਣ ਇਧਰ ਧਿਆਨ ਨਾਲ ਦੇਖੋ, ਇੱਥੇ ਕੀ ਹੈ? ਰੇਅਰ ਟੂ ਡੈਂਸਰ, 에ਅਰ ਟੂ ਗਲਾਸ। ਜਦੋਂ ਲਾਈਟ ਰੇਅਰ ਟੂ ਡੈਂਸਰ ਗਈ ਤੇ ਧਿਆਨ ਨਾਲ ਦੇਖੋ ਲਾਈਟ ਬੈਂਡ ਹੋ ਗਈ। ਕਿੱਧਰ ਨੂੰ ਬੈਂਡ ਹੋਈ? ਟੁਵਰਡਸ ਨਾਰਮਲ, ਨਾਰਮਲ ਵਾਲੇ ਪਾਸੇ ਝੁਕ ਗਈ। ਜਦੋਂ ਵੀ ਲਾਈਟ ਰੇਅਰ ਟੂ ਡੈਂਸਰ ਜਾਏ ਤੇ ਉਹ ਬੈਂਡ ਹੋਏਗੀ। ਕਿੱਧਰ ਬੈਂਡ ਹੋਏਗੀ? ਟੁਵਰਡਸ। ਲਾਈਟ ਕਿੱਧਰ ਨੂੰ ਬੈਂਡ ਹੋਏਗੀ? ਟੁਵਰਡਸ। ਕੀ ਆਏਗਾ ਸਾਡਾ ਆਨਸਰ? ਨਾਰਮਲ। ਨਾਰਮਲ ਵਾਲੇ ਪਾਸੇ ਲਾਈਟ ਜਿਹੜੀ ਹੈ ਬੈਂਡ ਹੋ ਜਾਏਗੀ। ਇਹ ਯਾਦ ਰੱਖਣਾ ਹੈ। When a ray of light goes from rare to denser, it will bend towards normal. ਆ ਦੇਖੋ ਨਾਰਮਲ ਵਾਲੇ ਪਾਸੇ ਝੁਕ ਗਈ। ਬਟ ਜੇ ਲਾਈਟ ਸਾਡੀ ਡੈਂਸਰ ਟੂ ਰੇਅਰ ਜਾਏ, ਜੇ ਡੈਂਸਰ ਟੂ ਰੇਅਰ ਜਾਂਦੀ ਹੈ, then ray of light will bend, ਕੀ ਆਏਗਾ ਸਾਡੇ ਕੋਲ? away from normal। ਜਿਹੜੀ ਲਾਈਟ ਹੈ ਸਾਡੀ ਨਾਰਮਲ ਤੋਂ ਅਵੇ ਜਿਹੜੀ ਹੈ ਉਹ ਝੁਕ ਜਾਏਗੀ। ਹਾਂਜੀ ਬੇਟਾ ਕਲੀਅਰ। ਫਿਰ ਦੇਖੋ ਰੇ ਆਫ ਲਾਈਟ
ਜਾਂ ਤੇ ਨਾਰਮਲ ਵੱਲ ਬੈਂਡ ਹੋਏਗੀ ਜਾਂ ਨਾਰਮਲ ਤੋਂ ਅਵੇ ਜਿਹੜੀ ਹੈ ਉਹ ਲਾਈਟ ਨੇ ਬੈਂਡ ਹੋਣਾ ਹੈ। ਜੇ ਰੇਅਰ ਤੋਂ ਡੈਂਸਰ ਜਾਂਦੀ ਹੈ, ਪਤਲੇ ਤੋਂ ਸੰਘਣੇ ਮੀਡੀਅਮ ਚ ਐਂਟਰ ਕਰਦੀ ਹੈ, ਤੁਸੀਂ ਬੋਲਣਾ ਟੁਵਾਰਡਸ। ਤੇ ਜੇ ਉਹ ਗਾੜੇ ਤੋਂ ਪਤਲੇ ਮੀਡੀਅਮ ਚ ਜਾਏ then it will move away from normal। now ਇੱਥੇ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਲਾਈਟ ਜਿਹੜੀ ਹੈ ਦੇਖੋ ਨਾਰਮਲ ਵੱਲ ਝੁਕ ਗਈ। now ਇੱਧਰ ਦੇਖੋ ਅੱਗੇ ਡਾਇਗਰਾਮ ਨੂੰ ਹੋਰ ਅਸੀਂ ਵੱਡਾ ਕਰ ਦਿੰਦੇ ਆ। ਜਦੋਂ ਇਹ ਰੇ ਆਫ ਲਾਈਟ ਇੱਥੇ ਜਾ ਕੇ ਸਟ੍ਰਾਈਕ ਕਰੇਗੀ, ਇੱਥੇ ਜਾ ਕੇ ਪਹਿਲਾ ਸਟੈਪ ਕੀ ਸੀ, ਜਿੱਥੇ ਰੇ ਵੱਜੇ ਉੱਥੇ ਅਸੀਂ ਕੀ ਡਰਾ ਕਰਨਾ ਹੈ, ਇੱਕ ਨਾਰਮਲ ਡਰਾ ਕਰਤਾ। ਇਹ ਸਾਡਾ ਨਾਰਮਲ ਹੋ ਗਿਆ। ਨਾਓ ਹੁਣ ਲਾਈਟ ਕਿੱਥੇ ਚੱਲੀ ਹੈ, ਗਲਾਸ ਤੋਂ ਥੱਲੇ ਕੀ ਸੀਗਾ ਸਾਡੇ ਕੋਲ, 에ਅਰ। ਹੁਣ ਲਾਈਟ ਜਿਹੜੀ ਹੈ ਦੁਬਾਰਾ ਗਲਾਸ ਤੋਂ 에ਅਰ ਚੱਲੀ ਹੈ, ਡੈਂਸਰ ਟੂ ਰੇਅਰ ਚੱਲੀ ਹੈ। ਤੇ ਜਦੋਂ ਲਾਈਟ ਡੈਂਸਰ ਟੂ ਰੇ ਹੋਵੇ, ਬੈਂਡ ਅਵੇ ਫਰੋਮ ਨਾਰਮਲ, ਇਹ ਨਾਰਮਲ ਹੈ ਨਾ, ਇਸ ਤੋਂ ਅਵੇ ਹੋ ਜਾਏਗੀ, ਦੇਖੋ ਲਾਈਕ ਦਿਸ। ਇਸ ਤਰ੍ਹਾਂ ਦੇਖੋ ਨਾਰਮਲ ਤੋਂ ਦੂਰ ਹਟ ਗਈ, ਪਹਿਲਾਂ ਰੇਅਰ ਟੂ ਡੈਂਸਰ ਟੁਵਾਰਡਸ, ਫਿਰ ਦੇਖੋ ਇਹ ਆਪਣੇ ਆਪ ਅਵੇ ਹੋ ਜਾਂਦੀ ਹੈ। ਇਹ ਸਾਰਾ ਕੰਮ ਜਿਹੜਾ ਹੈ ਵੈਲੋਸਿਟੀ ਵਿੱਚ ਚੇਂਜ ਆਨ ਕਰਕੇ ਹੁੰਦਾ ਹੈ। ਜਦੋਂ ਰੇਅਰ ਟੂ ਡੈਂਸਰ ਆਉਂਦੇ ਆ ਵੈਲੋਸਿਟੀ ਘਟ ਜਾਂਦੀ ਹੈ, ਤੇ ਜਦੋਂ ਅਸੀਂ ਡੈਂਸਰ ਟੂ ਰੇਅਰ ਜਾਵਾਂਗੇ ਫਿਰ ਲਾਈਟ ਦੀ ਵੈਲੋਸਿਟੀ ਜਿਹੜੀ ਹੈ ਉਹ ਇੰਕਰੀਜ਼ ਹੋ ਜਾਂਦੀ ਹੈ। ਇਹ ਦੋ ਪੁਆਇੰਟ ਬੇਟਾ ਆਪਣੇ ਮਾਈਂਡ 'ਚ ਪੱਕੇ ਕਰ ਲਓ। ਆ ਦੋ ਪੁਆਇੰਟ, ਰੇਅਰ ਟੂ ਡੈਂਸਰ ਟੁਵਾਰਡਸ ਨਾਰਮਲ, ਡੈਂਸਰ ਟੂ ਰੇਅਰ bend away from the normal। now come to next point, what is refractive index। नवा टॉपिक है refractive index। refractive index of the medium, ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਤੋਂ ਕੀ ਭਾਵ ਹੈ, ਰਿਫਰੈਕਟਿਵ ਇੰਡੈਕਸ ਆਫ ਦੀ ਮੀਡੀਅਮ। ਹੁਣ ਧਿਆਨ ਨਾਲ ਸੁਣਨਾ, ਪਹਿਲਾਂ ਨੂੰ ਅਸੀਂ ਪੰਜਾਬੀ 'ਚ ਡਿਸਕਸ ਕਰਦੇ ਹਾਂ ਸਾਰਾ, ਜਦੋਂ ਸਾਡੇ ਮਾਈਂਡ ਵਿੱਚ ਬੈਠ ਗਿਆ ਬਾਅਦ ਅਸੀਂ ਇਹਦੀ ਡੈਫੀਨੇਸ਼ਨ ਵੀ ਆਪਾਂ ਡਿਸਕਸ ਕਰਾਂਗੇ। ਪਹਿਲਾਂ ਮੈਨੂੰ ਦੱਸੋ ਕਿ ਇੱਥੇ ਕੀ ਹੋਇਆ, ਜਦੋਂ ਲਾਈਟ 에ਅਰ ਤੋਂ ਚੰਗੀ ਭਲੀ ਆ ਰਹੀ ਸੀ, ਇੱਥੇ ਤੇ ਮੁੜੀ ਨਹੀਂ, ਕਿਤੇ ਸਿੱਧੀ ਤੁਰੀ ਆ ਰਹੀ ਹੈ। ਕਿਉਂ ਸਿੱਧੀ ਆ ਰਹੀ ਹੈ, ਕਿਉਂਕਿ ਮੀਡੀਅਮ ਨਹੀਂ ਚੇਂਜ ਹੋਇਆ। ਪਰ ਜਿਉਂ ਹੀ ਲਾਈਟ A ਪੁਆਇੰਟ ਤੇ ਪਹੁੰਚਦੀ ਹੈ, ਇੱਥੇ ਮੀਡੀਅਮ ਚੇਂਜ ਹੁੰਦਾ ਹੈ, ਨਾਲ ਹੀ ਲਾਈਟ ਦਾ ਦੇਖੋ ਰਸਤਾ ਚੇਂਜ ਹੋ ਗਿਆ। ਇਹਦਾ ਮਤਲਬ ਲਾਈਟ ਨੂੰ ਬੈਂਡ ਕਿੰਨੇ ਕੀਤਾ, ਕੁਐਸਚਨ ਹੈ ਲਾਈਟ ਨੂੰ ਬੈਂਡ ਕਿੰਨੇ ਕੀਤਾ, 에ਅਰ ਨੇ ਕੀਤਾ ਕਿ ਗਲਾਸ ਨੇ ਕੀਤਾ। ਹਾਂਜੀ ਸੋਚੋ, ਜਿੰਨੀ ਚਿਰ 에ਅਰ 'ਚ ਸੀ ਉਹਨਾਂ ਚਿਰ ਤੇ ਬੈਂਡ ਹੋਈ ਨਹੀਂ, ਤੇ ਜਦੋਂ ਹੀ ਗਲਾਸ ਆਇਆ ਨਾਲ ਹੀ ਉਹ ਬੈਂਡ ਹੋ ਗਈ। ਇਹਦਾ ਮਤਲਬ ਲਾਈਟ ਨੂੰ ਬੈਂਡ ਕਰਨ ਵਾਲਾ ਕੌਣ ਹੈ, ਕੌਣ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਲਾਈਟ ਨੂੰ ਬੈਂਡ ਕਿਹਨੇ ਕੀਤਾ, ਗਲਾਸ ਨੇ ਬੈਂਡ ਕੀਤਾ। ਇਹਦਾ ਮਤਲਬ ਲਾਈਟ ਨੂੰ ਰੀਫਰੈਕਟ ਕਿਹਨੇ ਕੀਤਾ, ਕਿਉਂਕਿ ਬੈਂਡ ਦਾ ਮਤਲਬ ਉਹਦਾ ਪਾਥ ਵਿੱਚ ਚੇਂਜ ਆਈ, ਤੇ ਪਾਥ ਵਿੱਚ ਚੇਂਜ ਆਈ ਉਹਨੂੰ ਤਾਂ ਅਸੀਂ ਰੀਫਰੈਕਸ਼ਨ ਬੋਲਦੇ ਆ। ਬੋਲੋ ਲਾਈਟ ਨੂੰ ਜਿਹੜਾ ਹੈ ਬੈਂਡ ਕਿਹਨੇ ਕੀਤਾ, ਗਲਾਸ ਨੇ ਕੀਤਾ। ਇਹਦਾ ਮਤਲਬ ਲਾਈਟ ਨੂੰ ਰੀਫਰੈਕਟ ਕਿੰਨੇ ਕੀਤਾ, ਲਾਈਟ ਨੂੰ ਰੀਫਰੈਕਟ ਕਿੰਨੇ ਕੀਤਾ, ਗਲਾਸ ਨੇ ਕੀਤਾ। ਤੇ ਜਿਹੜਾ ਗਲਾਸ ਹੈ ਉਹਨੇ ਲਾਈਟ ਨੂੰ ਕਿੰਨਾ ਕੁ ਬੈਂਡ ਕੀਤਾ, ਕਿੰਨੀ ਕੁ ਉਹਦੇ ਵਿੱਚ ਰੀਫਰੈਕਸ਼ਨ ਕੀਤੀ, ਉਹ ਗਲਾਸ ਦਾ ਰਿਫਰੈਕਟਿਵ ਇੰਡੈਕਸ ਹੁੰਦਾ ਹੈ। ਕੋਈ ਮੀਡੀਅਮ ਲਾਈਟ ਨੂੰ ਕਿੰਨਾ ਕੁ ਰੀਫਰੈਕਟ ਕਰਦਾ ਹੈ, ਜ਼ਿਆਦਾ ਬੈਂਡ ਕਰ ਦਿੰਦਾ ਹੈ, ਘੱਟ ਰੀਫਰੈਕਸ਼ਨ ਕਰਦਾ ਹੈ, ਉਹ ਉਸ ਮੀਡੀਅਮ ਦਾ ਸਾਡਾ ਰੀਫਰੈਕਟਿਵ ਇੰਡੈਕਸ ਹੁੰਦਾ ਹੈ। ਐਂਡ ਰੀਫਰੈਕਟਿਵ ਇੰਡੈਕਸ ਡਿਪੈਂਡ ਅਪਨ ਦਾ ਮੀਡੀਅਮ, ਉਹ ਮੀਡੀਅਮ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਜੇ ਮੈਂ ਇਹਦੇ ਥੱਲੇ ਗਲਾਸ ਦੀ ਜਗ੍ਹਾ ਤੇ ਵਾਟਰ ਲੈ ਲਵਾਂ ਤੇ ਫਿਰ ਦੇਖੋਗੇ ਬੈਂਡ ਤੇ ਹੋਏਗੀ ਰੇ, ਪਰ ਉਹਦੀ ਜਿਹੜੀ ਰੀਫਰੈਕਸ਼ਨ ਹੈ ਗਲਾਸ ਜਿੰਨੀ ਨਹੀਂ ਆਏਗੀ, ਦੋਨਾਂ 'ਚ ਫਰਕ ਹੋਏਗਾ। ਰੀਫਰੈਕਸ਼ਨ ਡਿਪੈਂਡ ਕਰਦਾ ਹੈ ਮੀਡੀਅਮ ਤੇ, ਰਿਫਰੈਕਟਿਵ ਇੰਡੈਕਸ ਵੀ ਕਾਹਦੇ ਤੇ ਡਿਪੈਂਡ ਕਰਦਾ ਹੈ, ਮੀਡੀਅਮ ਦੇ ਉੱਪਰ ਡਿਪੈਂਡ ਕਰਦਾ ਹੈ। ਉਹ ਮੀਡੀਅਮ ਡੈਂਸਰ ਕਿੰਨਾ ਕੁ ਹੈ, ਜਿੰਨਾ ਮੀਡੀਅਮ ਜ਼ਿਆਦਾ ਡੈਂਸਰ ਹੁੰਦਾ ਹੈ ਉਹ ਓਨੀ ਜ਼ਿਆਦਾ ਰੀਫਰੈਕਸ਼ਨ ਜਿਹੜੀ ਹੈ ਉਹ ਪੈਦਾ ਕਰਦਾ ਹੈ। ਹਾਂਜੀ ਬੇਟਾ ਕਲੀਅਰ। ਹਰ ਇੱਕ ਮੀਡੀਅਮ ਦਾ
ਆਪਣਾ ਇੱਕ ਵੈਲਿਊ ਹੈ, ਕਨਸਟੈਂਟ ਵੈਲਿਊ ਹੈ, ਉਹਨੂੰ ਅਸੀਂ ਬੋਲਦੇ ਹਾਂ ਰੀਫਰੈਕਟਿਵ ਇੰਡੈਕਸ। ਤੇ ਰੀਫਰੈਕਟਿਵ ਇੰਡੈਕਸ ਨੂੰ ਅਸੀਂ ਇਹਦੇ ਨਾਲ ਅਸੀਂ ਡਿਨੋਟ ਕਰਦੇ ਹਾਂ ਮਿਊ। ਇਹਨੂੰ ਪੜ੍ਹਦੇ ਕੀ ਆ ਬੇਟਾ, ਇਹ ਆਲਰੇਡੀ ਤੁਹਾਨੂੰ ਪਤਾ ਹੀ ਹੈ। ਇਹਨੂੰ ਪੜਨ ਦਾ ਕੀ ਹੈਗਾ, ਇਹਨੂੰ ਪੜ੍ਹਦੇ ਆ ਮਿਊ। ਇਟ ਇਜ਼ ਅ ਰੀਫਰੈਕਟਿਵ ਇੰਡੈਕਸ। ਮਿਊ ਦਾ ਮਤਲਬ ਰਿਫਰੈਕਟਿਵ ਇੰਡੈਕਸ। ਇਹ ਕਿਹਦਾ, ਗਲਾਸ ਦਾ। ਹਾਂਜੀ ਬੇਟਾ, ਕਲੀਅਰ। ਨਾਓ ਹੁਣ ਆਓ ਇਸ ਨੂੰ ਅਸੀਂ ਡਿਸਕਸ ਕਰੀਏ। ਇਫ ਆਈ ਰਾਈਟ ਲਾਈਕ ਦਿਸ, ਹੁਣ ਧਿਆਨ ਨਾਲ ਸਮਝੋ। ਇਫ ਆਈ ਰਾਈਟ ਹੇਅਰ A and here is G, what it mean? ਇਹਨੂੰ ਪੜਨਾ ਕਿਸ ਤਰ੍ਹਾਂ, ਸ਼ੁਰੂ ਤੁਸੀਂ ਇੱਥੋਂ ਕਰਨਾ ਹੈ। what is this? refractive index। ਇਹ ਹੋ ਗਿਆ refractive index, clear। of glass, ਥੱਲੋਂ ਪੜਨਾ ਸ਼ੁਰੂ ਕਰਨਾ ਹੈ ਤੁਸੀਂ। refractive index of glass with respect to air। ਫਿਰ ਸੁਣੋ, ਉੱਪਰ A ਹੈ, ਥੱਲੇ G ਹੈ। ਇਹਦਾ ਮਤਲਬ ਹੈ ਕਿ ਲਾਈਟ 에ਅਰ ਤੋਂ ਗਲਾਸ ਗਈ। ਇਹਦਾ ਮਤਲਬ ਹੈ ਕਿ ਲਾਈਟ ਗੋਜ਼ ਫਰੋਮ 에ਅਰ ਟੂ ਗਲਾਸ। ਹਾਂਜੀ, ਕਲੀਅਰ। ਲਾਈਟ ਗੋਜ਼ ਫਰੋਮ 에ਅਰ ਟੂ ਗਲਾਸ, ਪਰ ਬੈਂਡ ਕਿਨੇ ਕੀਤਾ, ਗਲਾਸ 'ਚ ਗਈ। ਬੈਂਡ ਕਿਨੇ ਕੀਤਾ, ਗਲਾਸ ਨੇ। ਇਹਦਾ ਮਤਲਬ ਰਿਫਰੈਕਟਿਵ ਇੰਡੈਕਸ ਕਿਹਦਾ ਹੋਏਗਾ, ਗਲਾਸ ਦਾ। ਇਹਨੂੰ ਅਸੀਂ ਪੜਾਂਗੇ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ। This is a refractive index of glass with respect to air। फिर सुनो, इन्हें पढ़ने का तरीका बेटा याद कर लो। This is refractive, पूरा नहीं लिखूंगा मैं। refractive index कादा, glass with respect to, हाँ जी, की दे अकॉर्डिंग, with respect to air। हाँ जी बेटा, क्लियर। Now if I write, इन्हें पढ़ के सुनाओ बेटा। जे मैं इथे लिख देना है, मान लो 1 थले 2 लिखता। हाँ जी, पहला दसो लाइट किथों किथे गई। लाइट गई 1 मीडियम तो सेकंड मीडियम च गई। 1 म्यू 2, लाइट गोज फ्रॉम 1 टू 2, 2 गई। ਇਹਦਾ मतलब है लाइट को बैंड किने कीता, 2 ने। ਇਹਨੂੰ ਕੀ ਪੜੋਗੇ बेटा दसो। इट विल बी द रिफ्रैक्टिव इंडेक्स ऑफ 2 with respect to 1। it is a refractive index of 2 with respect to 1। now what is this? if I write W mu G, ਇਹਦਾ ਕੀ ਮਤਲਬ ਹੈ, light is going from water to glass। light ਕਿੱਥੇ ਗਈ, water to glass। bend ਕਿਨੇ ਕੀਤਾ, ਜਿੱਥੇ एंटर ਹੋਈ। ਬੈਂਡ ਕਿਨੇ ਕੀਤਾ, ਗਲਾਸ ਨੇ। ਇਹਨੂੰ ਪੜਨਾ ਕੀ ਹੈ, ਹਾਂਜੀ ਬੇਟਾ ਆਪਣੇ ਮਾਈਂਡ 'ਚ ਪੜੋ, ਸੋਚੋ ਇਹ ਕੀ ਹੋਏਗਾ। ਤੇ ਆਨਸਰ ਕੀ ਹੋਏਗਾ ਇਹਦਾ, ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ ਵਾਟਰ। ਤੇ ਇਹਦੀ ਵੈਲਿਊ ਕਿੰਨੀ ਹੋਏਗੀ, ਫਿਰ ਸੁਣੋ। ਰਿਫਰੈਕਟਿਵ ਇੰਡੈਕਸ ਆਫ ਗਲਾਸ, ਗਲਾਸ ਦਾ ਇਹਦਾ ਮਤਲਬ ਮਿਊ ਜੀ ਵਿਦ ਰਿਸਪੈਕਟ ਟੂ refractive index of water। refractive index of glass with respect to refractive index of water। ਇਹਦੀ ਕਿੰਨੀ ਵੈਲਿਊ ਹੋਏਗੀ, refractive index of glass with respect to air। ਇਹਦੀ ਵੈਲਿਊ ਆਏਗੀ glass with respect to air ਆਏਗੀ। ਇਹਦੀ ਕਿੰਨੀ ਵੈਲਿਊ ਹੋਏਗੀ, that will be equal to refractive index of 2 with respect to 1। ਇਹ ਆ ਜਾਏਗੀ ਰਿਫਰੈਕਟਿਵ ਇੰਡੈਕਸ ਆਫ 2 ਵਿਦ ਰਿਸਪੈਕਟ ਟੂ 1। ਹਾਂਜੀ ਬੇਟਾ, ਇੰਨਾ ਕਲੀਅਰ ਹੈ। ਰਿਫਰੈਕਟਿਵ ਇੰਡੈਕਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿ ਜਦੋਂ ਲਾਈਟ ਨੇ ਮੀਡੀਅਮ ਚੇਂਜ ਕਰਨਾ ਹੈ, ਜਿਹੜੇ ਮੀਡੀਅਮ 'ਚ ਲਾਈਟ ਐਂਟਰ ਕਰੇਗੀ ਉਹ ਮੀਡੀਅਮ ਜਿਹੜਾ ਹੋਏਗਾ ਨਾ, ਲਾਈਟ ਨੂੰ ਬੈਂਡ ਕਰੇਗਾ। ਉਹ ਕਿੰਨਾ ਕੁ ਕਰੇਗਾ, ਉਹ ਉਹਦੇ ਰਿਫਰੈਕਟਿਵ ਇੰਡੈਕਸ ਦੇ ਉੱਪਰ ਡਿਪੈਂਡ ਕਰਦਾ ਹੈ। ਆਈ ਥਿੰਕ ਤੁਹਾਨੂੰ ਆ ਸਾਰਾ ਜਿਹੜਾ ਹੈ ਕਲੀਅਰ ਹੋ ਗਿਆ ਮਿਊ ਬਾਰੇ। ਨਾਓ ਇੱਕ ਲਾਅ ਹੈ ਸਾਡੇ ਕੋਲ, ਸਨੈਲ ਲਾਅ। ਬੇਟਾ ਇਹ ਮੇਨ ਲਾਅ ਹੈ ਜਿਹੜਾ ਤੁਸੀਂ ਰੀਫਰੈਕਸ਼ਨ ਦਾ ਜਿਹੜਾ ਲਾਅ ਹੈ ਇਹਨੂੰ ਆਪਣੇ ਮਾਈਂਡ ਵਿੱਚ ਧਿਆਨ ਨਾਲ ਸਿੱਖ ਲਓ ਕਿ ਸਨੈਲਸ ਲਾਅ ਕੀ ਚੀਜ਼ ਹੈ। ਹਾਂਜੀ, ਧਿਆਨ ਨਾਲ ਦੇਖਣਾ ਬੇਟਾ। ਸਨੈਲਸ ਲਾਅ ਦੇ ਨਾਲ ਅਸੀਂ ਰੀਫਰੈਕਟਿਵ ਇੰਡੈਕਸ ਕੈਲਕੂਲੇਟ ਕਰ ਸਕਦੇ ਹਾਂ। ਇਹ ਯਾਦ ਰੱਖਣਾ ਹੈ
ਰਿਫਰੈਕਟਿਵ ਇੰਡੈਕਸ ਨਿਕਾਲਣਾ ਹੈ ਤੇ ਅਸੀਂ ਸਨੈਲਸ ਲਾਅ ਦੇ ਨਾਲ ਕੈਲਕੂਲੇਟ ਕਰਾਂਗੇ। ਅੱਗੇ ਜਾ ਕੇ ਜੋ ਚੈਪਟਰ ਵਿੱਚ ਤੁਸੀਂ ਪੜ੍ਹੀ ਜਾਓਗੇ ਦੇਖੋਗੇ ਕਿੰਨੇ ਹੀ ਫਾਰਮੂਲੇ ਆਉਣਗੇ ਰਿਫਰੈਕਟਿਵ ਇੰਡੈਕਸ ਨੂੰ ਕੈਲਕੂਲੇਟ ਕਰਨ ਦੇ। ਪਰ ਸਭ ਤੋਂ ਪਹਿਲਾ ਫਾਰਮੂਲਾ ਜਿਹੜਾ ਹੈ ਸਾਡਾ ਹੈ ਸਨੈਲਸ ਲਾਅ। ਇਟ ਇਜ਼ ਕਾਲਡ ਲਾਅ ਆਫ ਰਿਫਰੈਕਸ਼ਨ। ਇਹ ਰਿਫਰੈਕਸ਼ਨ ਦਾ ਨਿਯਮ ਹੈ ਲਾਅ। ਸਨੈਲਸ ਲਾਅ mu is equal to sin I over sin R। ਇਹ ਧਿਆਨ ਦੇਣਾ। refractive index of a medium, फिर सुनो, what is mu? refractive index of a medium is equal to की दे equal है the sine of angle of incidence। फिर ध्यान सुनो, साइन ऑफ एंगल ऑफ इंसिडेंस नु डिवाइड कर दिए साइन ऑफ एंगल ऑफ रिफ्रैक्शन, साइन ऑफ एंगल ऑफ इंसिडेंस टू डिवाइड करता साइन ऑफ एंगल ऑफ रिफ्रैक्शन। ए जेडी रेशो है ना, दैट रेशो इज ऑलवेज कांस्टेंट। फिर सुनो, द रेशो ऑफ का दी रेशो साइन ऑफ एंगल ऑफ इंसिडेंस, आ वाला एंगल ते आ वाला एंगल, द रेशो ऑफ साइन ऑफ एंगल ऑफ इंसिडेंस टू द साइन ऑफ एंगल ऑफ रिफ्रैक्शन इज ऑलवेज कांस्टेंट। ए रेशो हमेशा कांस्टेंट होंदी है फॉर अ पर्टिकुलर पेयर ऑफ मीडिया। ਜਿਹੜੇ ਦੋ ਮੀਡੀਅਮ ਆਪਸ ਵਿੱਚ ਕੰਟੈਕਟ ਕਰ ਰਹੇ ਨੇ ਉਹਨਾਂ ਵਾਸਤੇ ਇਹ ਰੇਸ਼ੋ ਜਿਹੜੀ ਹੈ ਹਮੇਸ਼ਾ ਸੇਮ ਆਏਗੀ। ਫੋਰ ਐਗਜ਼ਾਮਪਲ ਇੱਥੇ ਕਿਹੜੇ ਮੀਡੀਅਮ ਕੰਟੈਕਟ ਹੋ ਰਹੇ ਨੇ, ਇੱਥੇ ਦੇਖੋ ਆ ਜੇ ਪੁਆਇੰਟ ਆਫ ਕੰਟੈਕਟ, ਇੱਥੇ ਕਿਹੜੇ ਕਿਹੜੇ ਮੀਡੀਅਮ ਕੰਟੈਕਟ ਹੋ ਰਿਹਾ, ਥੱਲੇ ਦੇਖੋ ਗਲਾਸ, ਉੱਤੇ 에ਅਰ, ਇੱਥੇ 에ਅਰ ਹੈ, ਇੱਥੇ ਜੀ ਹੈ। ਆ ਦੋ ਮੀਡੀਅਮ ਆਪਸ ਵਿੱਚ ਜੁੜ ਰਿਹਾ, 에ਅਰ ਤੇ ਗਲਾਸ। ਹਾਂਜੀ ਕਲੀਅਰ। ਤੇ आई ਤੇ sin I ਤੇ sin R ਦੀ ਜਿਹੜੀ ਰੇਸ਼ੋ ਹੋਏਗੀ ਨਾ ਹਮੇਸ਼ਾ ਕਾਂਸਟੈਂਟ ਆਏਗੀ। ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, sin I over sin R ਦੀ ਜਿਹੜੀ ਵੈਲਿਊ ਹੈ ਨਾ, ਜੇ ਉਹ 1.5 ਆਂਦੀ ਹੈ, ਮੰਨ ਲਓ ਆ ਰੇਸ਼ੋ ਜਿਹੜੀ ਹੈ 1.5 ਆਈ ਹੈ, ਕਾਦੇ ਵਾਸਤੇ, ਗਲਾਸ ਤੇ 에ਅਰ ਵਾਸਤੇ 1.5। ਤੇ ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਵੀ 에ਅਰ ਤੇ ਗਲਾਸ ਦਾ ਕੰਟੈਕਟ ਹੁੰਦਾ ਹੋਏਗਾ ਉੱਥੇ ਹਮੇਸ਼ਾ ਹੀ ਇਹ ਰੇਸ਼ੋ ਕਾਂਸਟੈਂਟ ਰਹੇਗੀ। I ਭਾਵੇਂ ਚੇਂਜ ਹੋ ਜਾਏਗਾ, I ਚੇਂਜ ਕਰ ਲਓ, ਉਹਦੇ ਨਾਲ R ਵੀ ਚੇਂਜ ਹੋ ਜਾਏਗਾ, ਬਟ ਇਹ ਵਾਲੀ ਜਿਹੜੀ ਰੇਸ਼ੋ ਆਏਗੀ ਹਮੇਸ਼ਾ ਕਾਂਸਟੈਂਟ ਹੋਏਗੀ। ਐਂਡ ਦੈਟ ਕਾਂਸਟੈਂਟ ਜਿਹੜਾ ਹੈ ਇਟ ਇਜ਼ ਕਾਲਡ ਰਿਫਰੈਕਟਿਵ ਇੰਡੈਕਸ। ਉਹਨੂੰ ਅਸੀਂ ਰਿਫਰੈਕਟਿਵ ਇੰਡੈਕਸ ਬੋਲਦੇ ਹਾਂ। ਹਾਂਜੀ ਬੇਟਾ ਕਲੀਅਰ। ਫਿਰ ਸੁਣ ਲਓ, ਦੋ ਮੀਡੀਅਮ ਜਿੱਥੇ ਵੀ ਆਪਸ ਵਿੱਚ ਕੰਟੈਕਟ ਕਰ ਰਹੇ ਨੇ, ਜੇ ਅਸੀਂ ਬੇਟਾ ਕਿਸੇ ਸਰੋਵਰ ਦੀ ਗੱਲ ਕਰੀਏ, ਜਿਵੇਂ ਗੋਲਡਨ ਟੈਂਪਲ ਹੈ, ਮੰਨ ਲਓ ਅਸੀਂ ਆਮ ਮੱਥਾ ਟੇਕਣ ਜਾਂਦੇ ਹਾਂ, ਤੁਸੀਂ ਦੇਖੋਗੇ ਸਰੋਵਰ ਵਿੱਚ ਸਾਰਾ ਪਾਣੀ ਹੈ, ਉੱਪਰ 에ਅਰ ਹੈ। ਇਹਦਾ ਮਤਲਬ ਕਿੰਨੀਆਂ ਰੇਜ਼ ਜਿਹੜੀਆਂ ਨੇ 에ਅਰ ਤੋਂ ਵਾਟਰ ਵਿੱਚ ਐਂਟਰ ਹੁੰਦੀਆਂ ਨੇ। ਇਹਦਾ ਮਤਲਬ ਉੱਥੇ ਕਿੰਨੀ ਰੀਫਰੈਕਸ਼ਨ ਹੋ ਰਹੀ ਹੈ, ਵੱਖਰੇ ਵੱਖਰੇ ਐਂਗਲ ਤੇ ਰੇ ਆ ਰਹੀ ਹੈ, ਵਾਟਰ ਵਿੱਚ ਐਂਟਰ ਕਰ ਰਹੀ ਹੈ। ਬਟ ਸਾइन I ਓਵਰ ਸਾइन R, 에ਅਰ ਤੇ ਵਾਟਰ ਵਾਸਤੇ, ਮੀਡੀਆ ਮੈਂ ਲੈ ਲਿਆ 에ਅਰ ਤੇ ਵਾਟਰ, ਉਹਦੇ ਵਾਸਤੇ ਜਿਹੜੀ ਵੈਲਿਊ ਹੁੰਦੀ ਹੈ 1.33। ਰਿਫਰੈਕਟਿਵ ਇੰਡੈਕਸ ਦੀ ਵੈਲਿਊ ਕਿੰਨੀ ਹੁੰਦੀ ਹੈ 1.33 ਵਾਟਰ ਤੇ 에ਅਰ ਦਾ। ਤੇ ਇਹ ਹਰ ਜਗ੍ਹਾ ਤੇ ਜਾ ਕੇ ਚੈੱਕ ਕਰ ਲਿਓ, ਇਹ ਰੇਸ਼ੋ ਇੰਨੀ ਹੀ ਨਿਕਲੇਗੀ 1.33। and this constant value is called refractive index। ਇਹਨੂੰ ਅਸੀਂ ਬੋਲਦੇ ਹਾਂ refractive index। now what is this? A mu W, refractive index of water with respect to air। ਜਿੱਥੇ water ਤੇ air ਦਾ ਕੰਟੈਕਟ ਹੁੰਦਾ ਹੈ, ਇਹਦੀ ਵੈਲਿਊ ਹਮੇਸ਼ਾ ਬੇਟਾ ਇੰਨੀ ਹੀ ਆਂਦੀ ਹੈ 1.33, ਜਾਂ ਇਹਨੂੰ ਅਸੀਂ ਬੋਲ ਦਿੰਦੇ ਆ 4/3। ਇਹਨੂੰ ਡਿਵਾਈਡ ਕਰ ਲੋਗੇ ਜਦੋਂ 4 ਨੂੰ 3 ਨਾਲ, ਤੇ ਇਹ ਆਨਸਰ ਆਏਗਾ। what is the refractive index of water with respect to air? its value is 1.33। and if I say A mu G, refractive index of glass with respect to air,
ਇਹਦੀ ਵੈਲਿਊ ਜਿਹੜੀ ਆਂਦੀ ਹੈ 1.5 ਆਂਦੀ ਹੈ, ਜਿਹਨੂੰ ਅਸੀਂ ਜਿਹੜਾ ਲਿਖ ਦਿੰਦੇ ਆ 3/2। 3 ਨੂੰ 2 ਨਾਲ ਡਿਵਾਈਡ ਕਰੋਗੇ ਤਾਂ ਸਾਡੇ ਕੋਲ ਆਏਗਾ 1.5। ਹਾਂਜੀ ਬੇਟਾ ਕਲੀਅਰ। ਹਰ ਇੱਕ ਮੀਡੀਅਮ, ਜਿਹੜੇ ਵੀ ਦੋ ਮੀਡੀਅਮ ਆਪਸ ਵਿੱਚ ਕੰਟੈਕਟ ਕਰ ਰਹੇ ਨੇ ਤੇ ਸਾਈਨ I ਤੇ ਸਾਈਨ R ਦੀ ਜਿਹੜੀ ਰੇਸ਼ੋ ਹੋਏਗੀ ਉਹ ਹਮੇਸ਼ਾ ਫਿਕਸ ਰਹੇਗੀ, ਜਿੱਥੇ ਮਰਜ਼ੀ ਚਲੇ ਜਾਓ। ਹਾਂਜੀ ਬੇਟਾ ਕਲੀਅਰ। ਜੇ 에ਅਰ ਤੇ ਵਾਟਰ ਵਿੱਚ ਕੰਟੈਕਟ ਹੋ ਰਿਹਾ ਉੱਥੇ ਉਹ ਜਿਹੜੀ ਸਾਈਨ R ਤੇ ਸਾਈਨ I ਤੇ ਸਾਈਨ R ਦੀ ਰੇਸ਼ੋ ਜਿਹੜੀ ਆਏਗੀ 1.33 ਆਏਗੀ। ਉਹ ਉਹਦਾ ਰਿਫਰੈਕਟਿਵ ਇੰਡੈਕਸ ਹੁੰਦਾ ਹੈ। ਰਿਫਰੈਕਟਿਵ ਇੰਡੈਕਸ ਇਜ਼ ਜਸਟ ਅ ਕਨਸਟੈਂਟ ਵੈਲਿਊ। ਪਰ ਹਰ ਮੀਡੀਅਮ ਦਾ ਸੇਮ ਨਹੀਂ, 에ਅਰ ਵਾਟਰ ਦਾ ਵੱਖਰਾ, 에ਅਰ ਗਲਾਸ ਦਾ ਵੱਖਰਾ ਹੈ। ਨਾਓ ਪਲੀਜ਼ ਰਾਈਟ ਡਾਊਨ। ਮੈਂ ਇਹਦੀ ਡੈਫੀਨੇਸ਼ਨ ਬੋਲਣ ਲੱਗਾ, ਤੁਸੀਂ ਇਹਨੂੰ ਕਾਪੀ ਦੇ ਉੱਪਰ ਨੋਟ ਕਰ ਸਕਦੇ ਹੋ। ਵਾਟ ਇਜ਼ ਸਨੈਲਜ਼ ਲਾਅ। ਬਲੈਕ ਬੋਰਡ ਦੇ ਉੱਪਰ ਜਗ੍ਹਾ ਘੱਟ ਹੁੰਦੀ ਹੈ, ਇਸ ਕਰਕੇ ਮੈਂ ਤੁਹਾਨੂੰ ਬੋਲਣ ਲੱਗਾ, ਤੁਸੀਂ ਨੋਟ ਕਰ ਲਓ। ਰਾਈਟ ਡਾਊਨ। the ratio of sine of angle of incidence to the sine of angle of refraction is always constant for a pair of media which are in contact. For a pair of media which are in contact, and that constant is called refractive index of the medium, and that constant is called refractive index of the medium. ਹਾਂਜੀ ਬੇਟਾ ਕਲੀਅਰ। ਨਾਓ ਪਲੀਜ਼ ਇਸ ਡਾਇਗਰਾਮ ਨੂੰ ਦੇਖ ਕੇ ਦੱਸੋ ਕਿ I ਤੇ R ਦੀ ਵੈਲਿਊ ਸੇਮ ਹੈ। ਦੇਖੋ ਧਿਆਨ ਨਾਲ, I ਤੇ R ਦੀ ਵੈਲਿਊ ਸੇਮ ਹੈ? ਨਹੀਂ ਸੇਮ। ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰੀਫਰੈਕਸ਼ਨ, ਇਹਨਾਂ ਦੀ ਵੈਲਿਊਜ਼ ਆਪਸ ਵਿੱਚ ਇਕੁਅਲ ਨਹੀਂ ਹੁੰਦੀ। ਜੇ ਤੇ ਰਿਫਲੈਕਸ਼ਨ ਪੜਿਆ, ਜਿਹੜਾ ਪਿਛਲਾ ਚੈਪਟਰ ਸੀ ਸਾਡਾ ਰਿਫਲੈਕਸ਼ਨ ਚ, ਉੱਥੇ ਕੀ ਪੜਿਆ ਸੀ ਕਿ ਐਂਗਲ ਆਫ ਇਨਸੀਡੈਂਸ ਇਜ਼ ਆਲਵੇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ, ਬਟ ਇਨ ਕੇਸ ਆਫ ਰਿਫਰੈਕਸ਼ਨ ਐਂਗਲ ਆਫ ਇਨਸੀਡੈਂਸ ਇਜ਼ ਨਾਟ ਇਕੁਅਲ ਟੂ ਐਂਗਲ ਆਫ ਰਿਫਰੈਕਸ਼ਨ। ਉਹ ਆਪਸ ਵਿੱਚ ਇਕੁਅਲ ਨਹੀਂ ਨੇ। ਇੱਥੇ ਦੇਖੋ I ਵੱਡਾ ਹੈ, R ਛੋਟਾ ਹੈ। ਜਦੋਂ ਰੇਅਰ ਟੂ ਡੈਂਸਰ ਜਾਵਾਂਗੇ I ਗ੍ਰੇਟਰ ਹੋਏਗਾ R ਨਾਲੋਂ, ਤੇ ਜਦੋਂ ਅਸੀਂ ਡੈਂਸਰ ਟੂ ਜਾਵਾਂਗੇ ਰੇਅਰ ਮੀਡੀਅਮ, ਦੈਨ ਸਾਡੇ ਕੋਲ ਜਿਹੜਾ ਹੈ R ਜਿਹੜਾ ਹੈ ਉਹ ਜ਼ਿਆਦਾ ਹੋ ਜਾਏਗਾ। ਕਹਿਣ ਦਾ ਮਤਲਬ ਹੈ ਦੋਨੋਂ ਇਕੁਅਲ ਨਹੀਂ ਹੁੰਦੇ। ਬਾਕੀ ਅਸੀਂ ਬੇਟਾ ਨੈਕਸਟ ਜਿਹੜਾ ਹੈ ਲੈਕਚਰ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।